ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਧੂਰੀ ਦੀ ਜਿਹੜੀ ਜ਼ਿਮਨੀ ਚੋਣ ਹੋਈ ਆ ਉਹਦਾ ਚੋਣ ਨਤੀਜਾ ਆਇਆ ਅਤੇ ਤੁਹਾਨੂੰ ਸਾਰਿਆਂ ਨੂੰ ਉਸ ਨਤੀਜੇ ਬਾਰੇ ਉਤਸੁਕਤਾ ਕਿ ਇਹ ਜਿਹੜਾ ਜ਼ਿਮਨੀ ਚੋਣ ਦਾ ਨਤੀਜਾ ਆਇਆ ਇਹ ਆਉਣ ਵਾਲੇ ਦਿਨਾਂ 'ਚ ਪੰਜਾਬ ਦੀ ਸਿਆਸਤ 'ਤੇ ਸਿੱਖ ਸਿਆਸਤ 'ਤੇ ਕੀ ਪ੍ਰਭਾਵ ਪਾਊਗਾ ਅਤੇ ਆਖਰ ਨੂੰ ਇਹ ਚੋਣ ਨਤੀਜੇ ਵਿੱਚ ਅਕਾਲੀ ਦਲ ਬਾਦਲ ਦੀ ਇੰਨੀ ਵੱਡੀ ਜਿੱਤ ਕਿਉਂ ਹੋਈ ਆ। ਸੋ ਇਹ ਸਾਰੇ ਸਵਾਲ ਤੁਹਾਡੇ ਜ਼ਿਹਨ ਵਿੱਚ ਘੁੰਮ ਰਹੇ ਹੋਣਗੇ। ਸੋ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਅਤੇ ਇਸ ਜ਼ਿਮਨੀ ਚੋਣ ਦੇ ਨਤੀਜੇ ਬਾਰੇ ਅਤੇ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਸਮੇਂ ਦੀ ਸਿਆਸਤ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਸਾਡੇ ਨਾਲ ਵਿਚਾਰ ਚਰਚਾ ਕਰਨ ਲਈ ਉੱਘੇ ਪੰਥ ਚਿੰਤਕ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਸਟੂਡੀਓ ਵਿੱਚ ਨੇ। ਧਨੌਲਾ ਸਾਹਿਬ, ਤੁਸੀਂ ਸਾਡੇ ਸਟੂਡੀਓ ਵਿੱਚ ਆਏ ਹੋ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨੌਲਾ ਸਾਹਿਬ, ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਕਿ ਜਿਹੜਾ ਧੂਰੀ ਜ਼ਿਮਨੀ ਚੋਣ ਦਾ ਨਤੀਜਾ ਆਇਆ, ਕੀ ਤੁਸੀਂ ਉਮੀਦ ਕਰਦੇ ਸੀ ਕਿ ਇਸ ਜ਼ਿਮਨੀ ਚੋਣ ਦਾ ਨਤੀਜਾ ਜਿਹੜਾ ਇਹ ਅਕਾਲੀ ਦਲ ਬਾਦਲ ਇੰਨੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੂਗਾ? ਹੀਰਾ ਸਾਹਿਬ, ਵੈਸੇ ਤਾਂ ਚੋਣ ਨਤੀਜਾ ਜਿਹੜਾ ਹੁੰਦਾ ਇਹ ਵੋਟਰਾਂ 'ਤੇ ਡਿਪੈਂਡ ਕਰਦਾ। ਠੀਕ ਹੈ, ਵੋਟਰ ਕੀ ਰੁਖ ਅਖਤਿਆਰ ਕਰਦੇ ਆ, ਲੇਕਿਨ ਕੁਝ ਸੰਭਾਵਨਾਵਾਂ ਜਿਵੇਂ ਖਾਸ ਕਰਕੇ ਜ਼ਿਮਨੀ ਚੋਣ ਤੇ ਜ਼ਿਮਨੀ ਚੋਣ ਤੋਂ ਅੱਗੇ ਵੀ ਜ਼ਿਮਨੀ ਚੋਣ ਦੇ ਪਿੱਛੇ ਲੁਕਿਆ ਕੀ ਹੈ, ਠੀਕ ਇਸ ਗੱਲ ਦੇ ਉੱਤੇ ਨਿਰਭਰ ਕਰਦੀਆਂ। ਸੋ ਇਹ ਜਿਹੜੀ ਧੂਰੀ ਦੀ ਵੱਡੀ ਜਿੱਤ ਹੋਈ ਹੈ ਇਹਦੇ ਬਾਰੇ ਕੋਈ ਮਤਲਬ ਇਹ ਬਹੁਤੀ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਜਿਹਦਾ ਆਪਾਂ ਨੂੰ ਪਹਿਲਾਂ ਨਾ ਪਤਾ ਹੋਵੇ, ਮਤਲਬ ਹੈਰਾਨੀਜਨਕ ਨਹੀਂ ਜੀ। ਇਹ ਬਿਲਕੁਲ ਐਸੀ ਸੰਭਾਵਨਾ ਸੀ ਕਿ ਇੰਨੀ ਵੱਡੀ ਜਿੱਤ ਹੋਵੇਗੀ, ਲੇਕਿਨ ਕਿਉਂ ਹੋਵੇਗੀ ਇਹ ਜਿਹੜਾ ਮਤਲਬ ਕਾਰਨ ਹੈ ਇਹ ਦਰਸ਼ਕਾਂ ਨੂੰ ਸਰੋਤਿਆਂ ਨੂੰ ਇਹਦੇ ਬਾਰੇ ਬਹੁਤਾ ਨਹੀਂ ਪਤਾ ਹੁੰਦਾ। ਠੀਕ ਹੈ, ਕਿਉਂਕਿ ਕੁਝ ਜ਼ਮੀਨੀ ਹਕੀਕਤਾਂ ਕੁਝ ਐਸੇ ਪਹਿਲੂ ਨੇ ਜਿਨ੍ਹਾਂ ਦਾ ਵਿਸਥਾਰਪੂਰਵਕ ਵਿਚਾਰ ਕਰਨ ਨਾਲ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਇਹ ਚੋਣ ਦੇ ਵਿੱਚ ਐਡੀ ਵੱਡੀ ਜਿੱਤ ਕਿਉਂ ਹੋਈ। ਸੋ ਮੈਂ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਪ੍ਰਕਾਸ਼ ਸਿੰਘ ਬਾਦਲ ਜਿੰਨੀ ਦੇਰ ਵੀ ਜਿਉਂਦੇ ਰਹਿਣਗੇ ਉਹਨਾਂ ਨੂੰ ਸਿੱਖ ਸਿਆਸਤ ਦੇ ਉੱਪਰ ਬਿਠਾ ਕੇ ਰੱਖਣਾ, ਉਹਨਾਂ ਨੂੰ ਕਾਮਯਾਬ ਰੱਖਣਾ ਇਹ ਭਾਰਤੀ ਨਿਜ਼ਾਮ ਦੀ ਮਜਬੂਰੀ ਹੈ। ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕਦੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਿੱਖ ਸਿਆਸਤ ਤੋਂ ਲਾਂਭੇ ਹੋਣ ਤੇ ਇੱਥੇ ਕੋਈ ਪੰਥਕ ਸਿਆਸਤ ਉੱਭਰੇ। ਠੀਕ ਹੈ, ਇਹ ਸਭ ਤੋਂ ਵੱਡਾ ਜਿਹੜਾ ਮੁੱਖ ਕਾਰਨ ਹੈ। ਅੱਛਾ, ਦੂਸਰੀ ਗੱਲ ਉਹਦੇ ਵਿੱਚ ਇਹ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਜ਼ਿਮਨੀ ਚੋਣ ਸੀ ਜਿਹੜੀ ਇਹ ਦੂਜੀਆਂ ਚੋਣਾਂ ਨਾਲੋਂ ਬੜੀ ਵੱਖਰੀ ਸੀ। ਜ਼ਿਮਨੀ ਚੋਣਾਂ ਬੜੀ ਵਾਰੀ ਹੁੰਦੀਆਂ ਜਿੱਤ ਜਾਂਦੇ ਆ, ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਪਹਿਲੀ ਜ਼ਿਮਨੀ ਚੋਣ ਗਿੱਦੜਵੇ ਲੜੀ ਸੀ, ਮਨਪ੍ਰੀਤ ਬਾਦਲ ਨੂੰ ਉਹਨਾਂ ਨੇ ਜਿਤਾਇਆ ਸੀ ਬੇਅੰਤ ਸਿੰਘ ਵੇਲੇ, ਉਸ ਵੇਲੇ ਤੋਂ ਇੱਕ ਐਸੀ ਮੁਹਾਰਤ ਉਹਨਾਂ ਨੇ ਹਾਸਲ ਕਰ ਰਹੀ ਹੈ। ਸਾਨੂੰ ਵੀ ਅਕਾਲੀ ਦਲ ਵਿੱਚ ਰਹਿਣ ਦਾ ਮੌਕਾ ਮਿਲਿਆ, ਉਹਨਾਂ ਦੇ ਢੰਗ ਤਰੀਕੇ, ਉਹਨਾਂ ਦਾ ਵਿਚਰਨ ਦਾ ਜੋ ਮਤਲਬ ਚੋਣਾਂ ਦੇ ਦਿਨਾਂ ਵਿੱਚ ਖਾਸ ਕਰਕੇ ਅੰਦਾਜ਼ ਹੈ ਉਹ ਵੱਖਰਾ ਹੁੰਦਾ। ਉਹ ਹੋਰ ਸਿਆਸਤਦਾਨ ਨੂੰ ਕਿਸੇ ਨੂੰ ਮੇਰਾ ਖਿਆਲ ਨਹੀਂ ਆਉਂਦਾ। ਲੇਕਿਨ ਇਹ ਜਿਹੜੀ ਚੋਣ ਉਹਨਾਂ ਨੇ ਜਿਵੇਂ ਜ਼ਿਮਨੀ ਚੋਣ ਇੱਕ ਪਹਿਲਾਂ ਲੂਜ਼ ਕਰ ਗਏ ਸੀ ਆਦਮਪੁਰ ਤੋਂ, ਉਸ ਤੋਂ ਬਾਅਦ ਉਹਨਾਂ ਨੇ ਆਪਣੀ ਇਸ ਜਿਹੜੀਆਂ ਗਲਤੀਆਂ ਸੀ, ਜਿਹੜੀਆਂ ਤਰੁੱਟੀਆਂ ਸੀ, ਜਿਹੜੀ ਕਮਜ਼ੋਰੀ ਸੀ ਉਹਨੂੰ ਵਿਚਾਰਿਆ ਤੇ ਐਸ ਜਿਹੜੀ ਜ਼ਿਮਨੀ ਚੋਣ ਸੀਗੀ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਦਾ ਪਰਿਵਾਰ, ਉਹਦੀ ਸਿਆਸਤ ਲਈ ਇੱਕ ਹੋਰ ਵੀ ਅੱਗੇ ਕਦਮ ਸੀਗਾ ਔਰ ਉਹਨਾਂ ਦੀ ਮਜਬੂਰੀ ਸੀ ਇਹ ਚੋਣ ਜਿੱਤਣੀ। ਜਿਵੇਂ ਕਿ ਉਹਦੇ ਵਿੱਚ ਆਪਾਂ ਇਹ ਦੇਖੀਏ ਕਿ ਜਿਹੜੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਗਿਣਤੀ ਸੀ, ਆਹ ਚੋਣ ਜਿੱਤਣ ਨਾਲ ਬਹੁਮਤ ਦੇ ਪੂਰਨ ਬਹੁਮਤ ਜਿਹਨੂੰ ਆਪਾਂ ਕਹਿੰਦੇ, ਹੁਣ ਉਹਨਾਂ ਨੂੰ ਬੀਜੇਪੀ ਨੂੰ ਅੱਖਾਂ ਕੱਢਣੀਆਂ, ਕਿਸੇ ਦੂਜਿਆਂ ਨੂੰ ਦਬਕਾਉਣਾ, ਤਸ਼ੱਦਦ ਕਰਨਾ, ਜ਼ੁਲਮ ਕਰਨਾ, ਆਪਣੀਆਂ ਨੀਤੀਆਂ ਮਰਜ਼ੀ ਦੀਆਂ ਲਾਗੂ ਕਰਨੀਆਂ, ਭਾਵੇਂ ਆਪਾਂ ਮਜੀਠੀਏ ਦੀ ਗੱਲ ਕਰਦੇ ਰਹੇ ਦੂਜੀ, ਅੱਜ ਉਹਨਾਂ ਦੇ ਜਿਵੇਂ ਕਹਿੰਦੇ ਆ ਵੀ ਪੂਰੀ ਤਰ੍ਹਾਂ ਮੁਰਗੀ ਹੱਥ 'ਚ ਆ ਗਈ। ਠੀਕ ਹੈ ਜੀ। ਧਨੌਲਾ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਜਿਹੜਾ ਭਾਰਤੀ ਨਿਜ਼ਾਮ ਆ ਇਹ ਉਹਦੀ ਮਜਬੂਰੀ ਆ ਕਿ ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਨੇ ਉਹਨਾਂ ਨੂੰ ਸਿੱਖਾਂ ਦੇ ਸਿਰਾਂ 'ਤੇ ਬਿਠਾ ਕੇ ਰੱਖਣਾ ਜੀ। ਪਰੰਤੂ ਜੇ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜਿਹੜੀ ਅਗਲੀ ਗੱਲ ਆ ਰਹੀ ਆ ਕਿ ਹੁਣ ਅਕਾਲੀ ਦਲ ਨੂੰ ਬਹੁਮਤ ਪ੍ਰਾਪਤ ਹੋ ਗਈ ਆ ਪੰਜਾਬ ਵਿਧਾਨ ਸਭਾ 'ਚ ਅਤੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਥਾਪਿਆ ਜਾਂਦਾ ਕਿਸੇ ਟਾਈਮ, ਫਿਰ ਜਿਹੜੀ ਇਹ ਗੱਲ ਆ ਕਿ ਇਹਦਾ ਮਤਲਬ ਇਹ ਪਰਿਵਾਰ ਆ ਜਿਹੜਾ ਸਿੱਖਾਂ ਦੇ ਸਿਰਾਂ 'ਤੇ ਬਿਠਾਈ ਰੱਖਿਆ ਜਾਊ। ਇਹਦੇ ਵਿੱਚ ਦੇਖੋ, ਮੈਂ ਹੀਰਾ ਸਾਹਿਬ ਇੱਕ ਤੁਹਾਡੇ ਧਿਆਨ 'ਚ ਹੋਰ ਗੱਲ ਲਿਆਉਣਾ ਕਿ ਇਹ ਜਿਹੜਾ ਨਿਜ਼ਾਮ ਹੈ ਇਹ ਹਮੇਸ਼ਾ ਹੀ ਉਹਨਾਂ ਲੋਕਾਂ ਨੂੰ ਤਰਜੀਹ ਦਿੰਦਾ ਹੈ
ਜਿਹੜੇ ਆਪਣੀ ਕੌਮ ਨਾਲ ਗਦਾਰੀ ਕਰਨ, ਜਾਂ ਉਹ ਜੇ ਉਹਨਾਂ 'ਚੋਂ ਹੋਵੇ ਤਾਂ ਉਹ ਦੂਜੀ ਕੌਮ ਨੂੰ ਥੱਲੇ ਕਿਵੇਂ ਲਾਉਂਦਾ। ਖਾਸ ਕਰਕੇ ਜਿਵੇਂ ਹੁਣ ਤੁਸੀਂ ਆਪਣਾ ਜਿਹੜਾ ਪੰਜਾਬ ਦਾ ਗਵਰਨਰ ਹਵਾਈ ਹਾਦਸੇ ਵਿੱਚ ਮਾਰਿਆ ਗਿਆ ਸੀ, ਉਹਦੇ ਬਾਰੇ ਵੀ ਬਹੁਤੇ ਲੋਕਾਂ ਨੂੰ ਜਾਣਕਾਰੀ ਨਹੀਂ ਕਿ ਉਹ ਉਸ ਸ਼ਖਸ ਦਾ ਮੁੰਡਾ ਸੀ ਜਿਹਨੇ ਕਿਸੇ ਵੇਲੇ ਹਜ਼ਰਤ ਮੁਹੰਮਦ ਦੇ ਖਿਲਾਫ, ਉਹਨਾਂ ਦੀ ਸ਼ਾਨ ਦੇ ਖਿਲਾਫ ਇੱਕ ਕਿਤਾਬ ਲਿਖੀ ਸੀ ਜਿਹਦਾ ਨਾਂ ਸੀ ਰੰਗੀਲਾ ਰਸੂਲ, ਔਰ ਉਹਦਾ ਮਰਡਰ ਹੋਇਆ ਸੀ। ਤੇ ਜਦੋਂ ਵੀ ਇਸ ਨਿਜ਼ਾਮ ਦੇ ਜਿਹੜਾ ਜਿਹਨੂੰ ਮੈਂ ਕੱਟੜਵਾਦੀ ਹਿੰਦੂਤਮ ਨਿਜ਼ਾਮ ਕਹਿਣਾ, ਇਹਨਾਂ ਦੇ ਕੋਲ ਪਾਵਰ ਆਈ ਤਾਂ ਇਹਨਾਂ ਨੇ ਉਹਦੇ ਬੇਟੇ ਨੂੰ ਗਵਰਨਰ ਬਣਾਇਆ। ਅੱਜ ਜੋ ਕੁਛ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਨੀਤੀਆਂ ਨੇ, ਜੋ ਕੁਛ ਉਹ ਕਰ ਰਹੇ ਨੇ, ਇਹ ਬੜਾ ਸੂਟ ਕਰਦਾ ਇੱਥੋਂ ਦੇ ਨਿਜ਼ਾਮ ਨੂੰ। ਉਹਨਾਂ ਨੂੰ ਬੜਾ ਰਾਸ ਆਇਆ ਤੇ ਉਹ ਚਾਹੁੰਦੇ ਆ ਕਿ ਇਹੀ ਖੂਨ ਆ ਜਿਹੜਾ ਅਸੀਂ ਇਸ ਨੂੰ ਵੀ ਅੱਗੇ ਉਸੇ ਤਰੀਕੇ ਜਿਵੇਂ ਹੁਣ ਇਹਨਾਂ ਤੋਂ ਕੰਮ ਲਿਆ, ਜੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਲਈ ਕੰਮ ਕਰਨ ਲਈ ਰਾਜੀ ਹੋਵੇ ਤਾਂ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਪੱਗ ਵਾਲਾ ਬੰਦਾ ਚਾਹੀਦਾ ਉਹਨਾਂ ਨੂੰ ਕਿ ਜਿਹੜਾ ਵੇਖਣ ਨੂੰ ਸਰਦਾਰ ਲੱਗੇ ਤੇ ਸਰਦਾਰਾਂ ਦੀਆਂ ਨੀਤੀਆਂ ਦੇ, ਸਿੱਖਾਂ ਦੀਆਂ ਨੀਤੀਆਂ ਦੇ, ਪੰਥ ਦੇ ਪ੍ਰੋਗਰਾਮ ਦੇ ਟੋਟਲੀ ਉਹਦੀ ਕਾਰਗੁਜ਼ਾਰੀ ਜਿਹੜੀ ਖਿਲਾਫ ਹੋਵੇ। ਸੋ ਇਸ ਕਰਕੇ ਉਹਨਾਂ ਨੂੰ ਕੋਈ ਫਰਕ ਨਹੀਂ ਪਏਗਾ ਵੀ ਸੁਖਬੀਰ ਬਾਦਲ ਹੈ ਜਾਂ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦਾ ਕੰਮ ਹੋਣਾ ਚਾਹੀਦਾ। ਧਨੌਲਾ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਕਿ ਭਾਰਤੀ ਨਿਜ਼ਾਮ ਉਹੋ ਜਿਹੇ ਸਿੱਖ ਜਿਹੜੇ ਸਿੱਖੀ ਸਰੂਪ ਵਾਲੇ ਨੇ, ਪਰੰਤੂ ਜਿਹਨਾਂ ਦੀ ਆਤਮਾ ਵਾ ਉਹ ਹਿੰਦੂਵਾਦੀ ਆ, ਉਹਨਾਂ ਨੂੰ ਲੱਭ ਕੇ ਅੱਗੇ ਲਿਆਉਂਦਾ। ਪਰੰਤੂ ਗੱਲ ਇਹ ਆ ਕਿ ਅੱਜ ਜਦੋਂ ਤੁਸੀਂ ਇਹ ਗੱਲ ਜਾਣਦੇ ਹੋ, ਮੈਂ ਇਹ ਗੱਲ ਜਾਣਦਾ, ਆਮ ਜਿਹੜਾ ਬੁੱਧੀਵਾਨ ਸਿੱਖ ਆ ਉਹ ਇਹ ਗੱਲ ਜਾਣਦਾ, ਪਰੰਤੂ ਉਸ ਦੇ ਬਾਵਜੂਦ ਅੱਜ ਜੇ ਅਸੀਂ ਗੱਲ ਕਰਦੇ ਹਾਂ ਜਿਮਨੀ ਚੋਣ ਦੀ, ਧੂਰੀ ਜਿਮਨੀ ਚੋਣ ਦੀ, ਉੱਥੇ ਬਾਦਲ ਦਲ ਨੂੰ 67,000 ਵੋਟ ਪੈ ਰਹੀ ਆ। ਫਿਰ ਆਮ ਸਿੱਖ ਆ ਜਿਹੜਾ ਇਹ ਇਸ ਗੱਲ ਨੂੰ ਕਿਉਂ ਨਹੀਂ ਸਮਝ ਰਿਹਾ? ਇਹਦੇ ਪਿੱਛੇ ਕੀ ਕਾਰਨ? ਉਹਦੇ ਵਿੱਚ ਹੀਰਾ ਸਾਹਿਬ ਗੱਲਾਂ ਕੁਛ ਐਸੀਆਂ ਨੇ ਕਿ ਬਾਤ ਕਰਤਾ ਹੂੰ तो होगी रकीबों को खबर, चुप रहता हूँ तो नानक से कोताही होती है। ਹੁਣ ਕਈ ਗੱਲਾਂ ਇਹੋ ਜਿਹੀਆਂ ਨੇ ਕਿ ਜੇ ਆਪਾਂ ਇਹ ਗੱਲਾਂ ਜੇ ਇੱਥੇ ਕਰੀਏ ਤਾਂ ਕਈਆਂ ਨੇ ਡਾਂਗਾਂ ਲੈ ਕੇ ਕੱਲ ਨੂੰ ਆਪਣੇ ਮਗਰ ਹੋ ਜਾਣਾ ਕਿ ਤੁਸੀਂ ਬਹੁਤੇ ਸਿਆਣੇ। ਅਸਲ ਦੇ ਵਿੱਚ ਇਹ ਜਿਹੜਾ ਲੋਕਾਂ ਨੂੰ ਪਤਾ ਹੈ, ਲੋਕੀ ਜਾਣ ਕਿੱਥੇ। ਅਸੀਂ ਜਿਹੜੇ ਲੋਕ, ਮੈਂ ਆਪਣੇ ਆਪ ਨੂੰ ਵਿੱਚ ਸ਼ਾਮਲ ਕਰ ਲੈਣਾ, ਤੁਹਾਨੂੰ ਵੀ ਸ਼ਾਮਲ ਕਰ ਲੈਣਾ, ਵੀ ਆਪਾਂ ਲੋਕਾਂ ਨੇ ਉਹਨਾਂ ਨੂੰ ਅੱਜ ਤੱਕ ਕੋਈ ਪਲੇਟਫਾਰਮ ਦਿੱਤਾ, ਜਿਹੜਾ ਪੋਲੀਟੀਕਲ ਪਲੇਟਫਾਰਮ, ਜਿੱਥੇ ਖੜ ਕੇ ਸਾਡੇ 'ਚ ਕੁਛ ਉਹ ਲੋਕ ਨੇ ਜਿਹੜੇ ਐਡੀਆਂ ਮਤਲਬ ਅੱਗੇ ਗੱਲਾਂ ਕਰ ਦਿੰਦੇ ਆ ਕਿ ਉਹ ਸਾਡੇ ਨਾਲ ਵੱਖਰੇ ਮਹਿਸੂਸ ਹੋਣ ਲੱਗ ਪਏ। ਮੈਂ ਉਹਨਾਂ ਦੀ ਇਮਾਨਦਾਰੀ ਤੇ ਕਿਸੇ ਤੇ ਸ਼ੱਕ ਨਹੀਂ ਕਰਦਾ, ਲੇਕਿਨ ਉਹ ਲੋਕਾਂ ਨੂੰ ਇਹ ਲੱਗਣ ਲੱਗ ਪੈਂਦਾ ਵੀ ਜਿਹੜਾ ਮੁੱਦਾ ਸਾਡੇ ਕੋਲ ਪੰਥਕ ਮੁੱਦਾ ਹੈ, ਜੇ ਅਸੀਂ ਇਹਨਾਂ ਦੇ ਨਾਲ ਰਲੇ ਜਾਂ ਉਹਨਾਂ ਦੇ ਨਾਲ ਰਲੇ, ਵੀ ਹੋ ਸਕਦਾ ਕਿਤੇ ਸਾਡਾ ਮੁੱਦਾ ਜਿਹੜਾ ਪਤਲਾ ਨਾ ਪੈ ਜਾਵੇ। ਉਹਨਾਂ 'ਚ ਇੱਕ ਡਰ ਹੋ ਗਿਆ, ਉਹ ਡਰ ਕਰਕੇ ਦੂਰ ਹੋ ਗਏ। ਦੂਜੇ ਲੋਕਾਂ ਨੂੰ ਇਹ ਲੱਗਿਆ ਕਿ ਸਾਨੂੰ ਨਾਲ ਨਹੀਂ ਰਲਾਉਂਦੇ। ਇੱਕ ਮਤਲਬ ਐਸਾ ਗੈਪ ਪੰਥਕ ਲੋਕਾਂ ਵਿੱਚ ਪੈ ਚੁੱਕਿਆ ਕਿ ਐਸਾ ਹੀ ਬੇਭਰੋਸਗੀ ਆ ਚੁੱਕੀ ਹੈ ਕਿ ਉਹ ਇਕੱਠੇ ਨਹੀਂ ਹੁੰਦੇ। ਇਕੱਠੇ ਹੋਏ ਬਿਨਾਂ ਕੋਈ ਪੰਥਕ ਪੋਲੀਟੀਕਲ ਪਲੇਟਫਾਰਮ ਨਹੀਂ ਬਣਦਾ ਤੇ ਲੋਕੀ ਨਿਕਲ ਤੇ ਕੀ ਨਿਕਲਣ। ਫਿਰ ਲੋਕਾਂ ਕੋਲ ਖੀਰ ਇਹੋ ਹੀ ਚਾਰਾ ਵੀ ਚਲੋ ਜਿੰਨਾ ਚਿਰ ਨਹੀਂ ਕੁਝ ਬਣਦਾ ਉਹਨਾਂ ਚਿਰ ਇਹਨੂੰ ਹੀ ਪਾ ਲਓ। ਧਨੌਲਾ ਸਾਹਿਬ, ਜਿਸ ਤਰ੍ਹਾਂ ਹੁਣ ਤੁਸੀਂ ਗੱਲ ਕੀਤੀ ਆ ਵੀ ਜਦੋਂ ਤੱਕ ਬਾਦਲ ਦੇ ਮੁਕਾਬਲੇ ਇੱਕ ਸਾਂਝਾ ਪੰਥਕ ਪਲੇਟਫਾਰਮ ਨਹੀਂ ਬਣਦਾ, ਉਦੋਂ ਤੱਕ ਬਾਦਲ ਨੂੰ ਕੌਮ ਦੇ ਗਲੋਂ ਲਾਉਣਾ ਸੰਭਵ ਨਹੀਂ। ਬਿਲਕੁਲ, ਕੋਈ ਸ਼ੱਕ। ਪਰੰਤੂ ਹੁਣ ਗੱਲ ਇਹ ਆ ਗਈ, ਕਿਉਂਕਿ ਅਸੀਂ ਮੈਂ ਮੁੱਦੇ ਤੋਂ ਖੈਰ ਥੋੜਾ ਪਾਸੇ ਜਾ ਕੇ ਸ਼ਾਇਦ ਇਹ ਗੱਲ ਆ ਗਈ ਹੈ ਸਾਡੀ ਕਿ ਆਖਰ ਨੂੰ ਸਾਂਝਾ ਪੰਥਕ ਪਲੇਟਫਾਰਮ ਆ ਜਿਹੜਾ ਇਹ ਕਦੋਂ ਤੇ ਕਿਵੇਂ ਤਿਆਰ ਹੋ ਸਕਦਾ ਵਾ? ਇਹਦੇ ਬਾਰੇ ਕੌਮ ਅਕਸਰ ਨੂੰ ਬਾਰ-ਬਾਰ ਨਿਰਾਸ਼ ਹੁੰਦੀ ਆ। ਕੌਮ ਆ ਜਿਹੜੀ ਉਹ ਚਾਹੁੰਦੀ ਸੀ ਕਿ ਬਾਦਲ ਨੂੰ ਗਲੋਂ ਲਾਇਆ ਜਾਵੇ, ਪਰ ਉਸ ਤੋਂ ਬਾਅਦ 'ਚ ਰਿਜ਼ਲਟ ਕੀ ਆਉਂਦਾ ਕਿ ਕੋਈ ਵੀ ਚੋਣ ਆ ਜੇ ਬਾਦਲ ਆ ਉਹਦੇ 'ਚ ਜੇਤੂ ਰਹਿੰਦਾ। ਤੇ ਅਸੀਂ ਜਦੋਂ ਕੋਈ ਦੂਸਰਾ ਸਾਡੇ ਤੋਂ ਇਹ ਸਵਾਲ ਕਰਦਾ ਵੀ ਜਦੋਂ ਤੁਸੀਂ ਯਾਰ ਬਾਦਲ ਨੂੰ ਮਾੜਾ ਕਹਿੰਦੇ ਹੋ, ਬੇਹੱਦ ਮਾੜਾ ਕਹਿੰਦੇ ਹੋ, ਉਹਨੂੰ ਗਾਲਾਂ ਕੱਢਦੇ ਹੋ, ਦਿਨ ਰਾਤ ਉਹਨੂੰ ਪਾਣੀ ਪੀਵੀਂ ਕੋਸਦੇ ਹੋ, ਲੋਕ ਉਹਨੂੰ ਜਿਤਾਈ ਜਾਂਦੇ ਨੇ, ਆਖਰ ਨੂੰ ਕਿੱਥੇ ਖੜੇ ਹੋ ਤੁਸੀਂ? ਇਸ ਸਵਾਲ ਦਾ ਜਵਾਬ ਆ ਜਿਹੜਾ ਉਹ ਕੌਣ ਤੇ ਕਦੋਂ ਤੇ ਕਿਵੇਂ ਦੇਊਗਾ? ਇਹਦੇ 'ਚ ਹੀਰਾ ਸਾਹਿਬ ਦੇਖੋ, ਇੱਥੇ ਆ ਕਿ ਮੈਂ ਵੀ ਬੇਬਸ ਹਾਂ, ਤੁਸੀਂ ਵੀ ਬੇਬਸ ਹੋ। ਜੇ ਆਪਾਂ ਹੁਣ ਤੁਸੀਂ ਛਾਪ ਸਕਦੇ ਹੋ, ਮੈਂ ਲਿਖ ਸਕਦਾ, ਤੁਸੀਂ ਵੀ ਲਿਖ ਸਕਦੇ ਹੋ। ਆਪਾਂ ਬੜੀ ਵਾਰੀ ਯਤਨ ਕੀਤਾ ਕਿ ਨਵਾਂ ਪਲੇਟਫਾਰਮ ਤਿਆਰ ਕਰਨ ਲਈ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਕੋਈ ਯਤਨ ਕਰੀਏ, ਲੇਕਿਨ ਉਹਦੇ ਪਿੱਛੇ ਬੜੀਆਂ ਮਜਬੂਰੀਆਂ ਨੇ। ਇੱਕ ਤਾਂ ਪ੍ਰਕਾਸ਼ ਸਿੰਘ ਬਾਦਲ ਜਾਂ ਉਹਦੀ ਪਾਰਟੀ ਕੋਲ ਇੰਨਾ ਸਰਮਾਇਆ ਹੈ ਕਿ ਉਹ ਪੈਸੇ ਨਾਲ ਹੀ ਸਾਡੇ ਪੈਰ ਨਹੀਂ ਲੱਗਣ ਦਿੰਦੇ। ਦੂਜਾ, ਉਹਦੇ ਮਗਰ ਇੱਕ ਸਟੇਟ ਖੜੀ ਹੈ। ਅਸੀਂ ਲੜਨਾ ਜਿਹੜਾ ਉਹ ਨੰਗੇ ਧੜ ਲੜਨਾ। ਠੀਕ ਹੈ। ਤੇ ਇਦੋਂ ਵੀ ਜਿਹੜੀ ਅਗਲੀ ਗੱਲ ਹੈ ਕਿ ਸਾਡੇ ਵਿੱਚ ਇੰਨੀ ਈਗੋ, ਇੰਨੀ ਹਉਮੈ, ਇੰਨੀ ਈਰਖਾ ਇੱਕ ਦੂਜੇ ਪ੍ਰਤੀ ਆ ਚੁੱਕੀ ਹੈ ਕਿ ਅਸੀਂ ਬਾਦਲ ਤੋਂ ਛਿੱਤਰ ਖਾਈ ਜਾਂਦੇ, ਅਸੀਂ ਸੈਂਟਰ ਤੋਂ ਛਿੱਤਰ ਖਾਈ ਜਾਂਦੇ, ਲੇਕਿਨ ਅਸੀਂ ਭਰਾ ਨਾਲ ਭਰਾ ਮਿਲ ਕੇ ਪਾਵਰ ਸ਼ੇਅਰ ਕਰਨ ਨੂੰ ਅਸੀਂ ਤਿਆਰ। ਜੇ ਅਸੀਂ ਕਿਤੇ ਏਕਤਾ ਦੀ ਗੱਲ ਕਰਨੀ ਹੈ
ਤਾਂ ਉੱਥੇ ਜਿਹੜਾ ਰੌਲਾ ਸਭ ਤੋਂ ਵੱਡਾ ਇਹ ਹੈ ਕਿ ਆ ਮੇਰਾ ਧੜਾ ਜੀ। ਜਦੋਂ ਅਸੀਂ ਪਾਵਰ ਸ਼ੇਅਰ ਇਸ ਤਰੀਕੇ ਕਰਾਂਗੇ ਕਿ ਲੁਧਿਆਣਾ ਜ਼ਿਲ੍ਹੇ 'ਚ ਕੌਣ ਜਿੱਤ ਸਕਦਾ ਹੈ, ਉੱਥੇ ਕੌਣ ਬੰਦਾ ਵਧੀਆ ਫਾਈਟ ਦੇ ਸਕਦਾ ਹੈ, ਬਰਨਾਲਾ 'ਚ ਕੌਣ ਦੇ ਸਕਦਾ ਹੈ, ਸਾਡਾ ਜਲੰਧਰ 'ਚ, ਮਾਝੇ 'ਚ, ਦੁਆਬੇ 'ਚ ਅੱਡੋ ਅੱਡ ਅਸੀਂ ਜਦੋਂ ਮਤਲਬ ਕੰਮ ਦੇ ਹਿਸਾਬ ਨਾਲ, ਛਵੀ ਦੇ ਹਿਸਾਬ ਨਾਲ ਅਸੀਂ ਲੋਕਾਂ ਦੀ ਮਤਲਬ ਛਾਂਟੀ ਕਰਕੇ ਲੋਕਾਂ ਨੂੰ ਅੱਗੇ ਲਿਆਵਾਂਗੇ। ਤੇ ਜੇ ਅਸੀਂ ਕਹਾਂਗੇ ਜੀ ਆ ਮੇਰਾ ਬੰਦਾ, ਮੈਂ ਬੜੀ ਲੜਾਈ ਲੜੀ ਹੈ, ਇੱਥੇ ਤਾਂ ਮੇਰਾ ਹੀ ਬੰਦਾ, ਇੱਥੇ ਦੂਜਾ ਕਿਵੇਂ ਆ ਸਕਦਾ, ਦੂਜਾ ਕੌਣ ਹੈ, ਸਾਡੇ ਕੋਲ ਜਥੇਬੰਦੀ ਹੈ, ਉਹਦੇ ਕੋਲ ਜਥੇਬੰਦੀ ਨਹੀਂ ਹੈਗੀ। ਲੇਕਿਨ ਕੱਲਾ ਕੱਲਾ ਸਿੱਖ, ਕੱਲਾ ਕੱਲਾ ਪੰਥ ਦਰਦੀ, ਜਦੋਂ ਅਸੀਂ ਸਾਰੇ ਪੰਥ ਬਣ ਜਾਵਾਂਗੇ ਜਥੇਬੰਦੀਆਂ ਤੋਂ ਪਾਸੇ ਹਟ ਕੇ, ਤੇ ਫਿਰ ਪੰਥਕ ਸਿਆਸਤ ਅੱਗੇ ਆਊਗੀ। ਇਹੋ ਜਿਹੇ ਮਾੜੇ ਚੰਗੇ ਵੇਲੇ ਪਿੱਛੇ ਹਿਸਟਰੀ 'ਚ ਬਹੁਤ ਵਾਰ ਆਏ, ਲੇਕਿਨ ਜਦੋਂ ਵੀ ਕਦੇ ਅਸੀਂ ਸਿਰ ਜੋੜ ਕੇ, ਭਾਵੇਂ ਉਹ ਮਿਸਲਾਂ ਦੇ ਰੂਪ 'ਚ ਹੈ ਤੇ ਭਾਵੇਂ ਅਸੀਂ ਕਿਤੇ ਸਿਆਸੀ ਰੂਪ 'ਚ, ਜਦੋਂ ਅਸੀਂ ਸਿਰ ਜੋੜ ਕੇ ਉਦਮ ਕੀਤਾ, ਗੁਰੂ ਦੇ ਭੈ ਵਿੱਚ ਅਸੀਂ ਵਿਚਰੇ ਹਾਂ ਥੋੜਾ ਜਿਹਾ ਬਹੁਤਾ, ਉਦੋਂ ਨਤੀਜੇ ਨੇ ਜਿਹੜੇ ਉਹ ਪੰਥ ਦੇ ਹੱਕ ਵਿੱਚ ਆਏ ਨੇ। ਸੋ ਅੱਜ ਸਾਨੂੰ ਲੋੜ ਹੈ ਬਹੁਤ ਵੱਡੀ ਇਸ ਗੱਲ ਦੀ ਕਿ ਹੁਣ ਅਸੀਂ ਸਾਰਾ ਕੁਝ ਵੇਖ ਲਿਆ, ਜਿਮਣੀ ਚੋਣਾਂ, ਸ਼੍ਰੋਮਣੀ ਕਮੇਟੀ ਚੋਣਾਂ, ਦੂਜੀਆਂ, ਹੁਣ ਤਾਂ ਭਰਾਵੋ ਕੋਈ ਮਤਲਬ ਤੁਸੀਂ ਤਰਸ ਕਰ ਲਓ ਕੌਮ ਤੇ। ਜੇ ਬਾਦਲ ਤਾਂ ਉਹਦੇ ਨਾਲ ਤਾਂ ਮਤਲਬ ਸਟੇਟ ਖੜੀ ਹੈ ਕਿ ਰਗੜਾ ਬੰਨੀ ਚੱਲੋ, ਸਾਨੂੰ ਅਸੀਂ ਜਿਹੜੇ ਬਚਾਉਣ ਵਾਲੇ ਆ, ਅਸੀਂ ਕੱਲਾ ਕੱਲਾ ਮੋਰਚੇ 'ਚ ਜ਼ਖਮੀ ਹੋਏ ਪਏ ਆ, ਸਾਹ ਸਾਡੇ ਅੱਧੇ ਆਉਂਦੇ ਅੱਧੇ ਨਹੀਂ ਆਉਂਦੇ, ਪਰ ਸਾਡੇ ਅੰਦਰ ਈਗੋ ਤੇ ਹਉਮੈ ਇਹ ਸਾਡੇ ਚੋਂ ਜਾ ਨਹੀਂ ਰਹੀ। ਜਿੰਨੀ ਦੇਰ ਜਾਂਦੀ ਨਹੀਂ ਉਨੀ ਦੇਰ ਪਲੇਟਫਾਰਮ ਨਹੀਂ ਬਣਦਾ, ਜਿੰਨੀ ਦੇਰ ਪਲੇਟਫਾਰਮ ਨਹੀਂ ਬਣਦਾ ਲੋਕਾਂ ਦਾ ਭਰੋਸਾ ਨਹੀਂ ਵੱਜਦਾ, ਲੋਕਾਂ ਦਾ ਭਰੋਸਾ ਨਹੀਂ ਵੱਜੇਗਾ ਉਨੀ ਦੇਰ ਵੋਟ ਸਾਨੂੰ ਸੁਪਨੇ 'ਚ ਵੀ ਕਿਆਸਣੀ ਨਹੀਂ ਚਾਹੀਦੀ ਕਿ ਸਾਨੂੰ ਵੋਟ ਪਏਗੀ। ਮਤਲਬ ਗੱਲ ਧਨੌਲਾ ਸਾਹਿਬ ਇੱਥੇ ਆ ਕੇ ਰੁਕੀ ਕਿ ਜੇ ਅਸੀਂ ਇਹ ਕਹਿ ਦਈਏ ਕਿ ਲੋਕ ਨੇ ਜਿਹੜੇ ਉਹ ਇੱਕ ਤੀਜੇ ਬਦਲ ਲਈ ਤਿਆਰ ਨੇ, ਉਹ ਮਨੋਂ ਚਾਹੁੰਦੇ ਨੇ, ਪਰੰਤੂ ਜਦੋਂ ਤੱਕ ਉਹਨਾਂ ਨੂੰ ਕੋਈ ਉਹਨਾਂ ਦੀ ਬਾਂਹ ਫੜਨ ਵਾਲਾ ਦਿਖਾਈ ਨਹੀਂ ਦਿੰਦਾ, ਕੋਈ ਬਾਂਹ ਫੜਨ ਵਾਲਾ ਅੱਗੇ ਆ ਕੇ ਨਹੀਂ ਖੜਦਾ, ਤੇ ਉਹਦੇ ਪਿੱਛੇ ਉਨੀ ਦੇਰ ਤੱਕ ਉਹਦੇ ਪਿੱਛੇ ਲੋਕਾਂ ਨੇ ਨਹੀਂ ਖੜਾ ਕਰਨਾ। ਸੋ ਇਸ ਸੰਦਰਭ ਦੇ ਵਿੱਚ ਤੁਸੀਂ ਇਹ ਜਿਹੜੀ ਸਾਡੀ ਧੂਰੀ ਜ਼ਿਮਨੀ ਚੋਣ ਹੋਈ ਆ, ਇਹਨੂੰ ਮਤਲਬ ਇਸ ਸੰਦਰਭ 'ਚ ਕਿੱਥੇ ਤੱਕ ਵੇਖਦੇ ਹੋ? ਉਹਦੇ 'ਚ ਇਹ ਸਿੱਧੀ ਗੱਲ ਹੈ ਜੀ, ਪਹਿਲੀ ਗੱਲ ਤਾਂ ਹੈ ਕਿ ਜਦੋਂ ਅਸੀਂ ਕੋਈ ਚੋਣ ਲੜਨੀ ਹੈ, ਦੇਖੋ ਮੈਂ ਮਤਲਬ ਕੌੜੀ ਗੱਲ ਥੋੜ੍ਹੀ ਜਿਹੀ ਕਹਿਣੀ ਚਾਹੁੰਦਾ ਕਿ ਹੁਣ ਬਰਨਾਲਾ ਪਰਿਵਾਰ ਹੀ ਉੱਠ ਕੇ ਭੱਜ ਗਿਆ ਜੀ। ਜੇ ਉਹਨਾਂ ਨੇ ਕੀ ਇੱਕ ਪੋਤਰੇ ਨੂੰ ਐਮਐਲਏ ਬਣਾਉਣਾ ਚਾਹੁੰਦੇ ਸੀ, ਉਹ ਬਣਿਆ ਵੀ ਨਹੀਂ। ਬਿਲਕੁਲ। ਕਾਹਦੇ ਲਈ ਤੁਸੀਂ 60-70 ਸਾਲ ਕਾਂਗਰਸ ਅਕਾਲੀ ਦਲ ਦੇ ਵਿੱਚ ਰਹਿ ਕੇ ਤੇ ਤੁਸੀਂ ਇੱਕ ਜਿਮਨੀ ਚੋਣ 'ਚ ਜਿੱਥੇ ਪਤਾ ਵੀ ਜਿੱਤ ਦਾ ਦਬਾਅ ਕੋਈ ਸਰਕਾਰ ਨੇ ਜ਼ੋਰ ਲਾਉਣਾ, ਤੇ ਤੁਸੀਂ ਉੱਥੇ ਜਾ ਕੇ ਤੁਸੀਂ ਕਲੰਕ ਲਾਉਣਾ, ਸਾਨੂੰ ਲੋੜ ਕੀ ਪਈ ਹੈ, ਆਰਾਮ ਨਾਲ ਘਰ ਬੈਠੋ। ਫਿਰ ਦੂਸਰੀ ਗੱਲ, ਜਦੋਂ ਸਾਨੂੰ ਪਤਾ ਹੈ ਵੀ ਜਿਮਨੀ ਚੋਣ ਇਹਨੇ ਜਿੱਤੀ ਜਾਣੀ ਹੈ, ਤੇ ਫਿਰ ਅਸੀਂ ਇਕੱਲੇ ਕੋਈ ਉੱਥੇ ਮਰ ਰਿਹਾ, ਕੋਈ ਉੱਥੇ ਮਰ ਰਿਹਾ, ਇਕੱਠੇ ਕਿਉਂ ਨਹੀਂ ਹੋ ਜਾਂਦੇ? ਤੇ ਫਿਰ ਇਸ ਤੋਂ ਵੀ ਅਗਲੀ ਗੱਲ ਇਹ ਹੈ ਕਿ ਸਾਨੂੰ ਆਪਣੇ ਮੁੱਦੇ, ਆਪਣਾ ਪੋਲੀਟੀਕਲ ਪ੍ਰੋਗਰਾਮ, ਆਪਣੀ ਨੀਤੀ ਬਿਲਕੁਲ ਸਪਸ਼ਟ ਕਰਨੀ ਪਊਗੀ ਲੋਕਾਂ ਸਾਹਮਣੇ ਵੀ ਅਸੀਂ ਕੀ ਕਰਨਾ ਚਾਹੁੰਦੇ। ਜਦੋਂ ਤੁਸੀਂ ਮਤਲਬ ਬਦਲੋਗੇ, ਅੱਜ ਤੁਸੀਂ ਤੁਹਾਡਾ ਬਠਿੰਡੇ ਗਿਆ ਹੋਰ ਬਿਆਨ ਹੈ, ਲੁਧਿਆਣੇ ਆਇਆ ਹੋਰ ਬਿਆਨ ਹੈ, ਜਲੰਧਰ ਜਾ ਕੇ ਹੋਰ ਬਿਆਨ ਹੈ, ਫਿਰ ਲੋਕ ਭਰੋਸਾ ਨਹੀਂ ਕਰਦੇ। ਸਾਨੂੰ ਨੀਤੀ ਕਲੀਅਰ, ਸਾਨੂੰ ਪਾਰਟੀ ਕਲੀਅਰ, ਪੰਜਾਬ ਦੀ ਅਗਵਾਈ ਕੌਣ ਕਰੇਗਾ ਉਹ ਬੰਦਾ ਲੋਕਾਂ ਦੇ ਸਾਹਮਣੇ ਹੋਣਾ ਚਾਹੀਦਾ ਹੈ, ਪਾਰਟੀ ਦਾ ਚਿਹਰਾ ਐਸਾ ਸਾਹਮਣੇ ਹੋਣਾ ਚਾਹੀਦਾ ਕਿ ਆਹ ਲੋਕ ਭਰੋਸੇਮੰਦ ਨੇ, ਇਹ ਇਮਾਨਦਾਰ ਨੇ, ਇਹ ਪੰਥ ਪ੍ਰਤੀ ਵਫਾਦਾਰ ਨੇ, ਇਹਨਾਂ ਨੂੰ ਪੰਜਾਬ ਦਾ ਵੀ ਮਤਲਬ ਫਿਕਰ ਹੈ। ਔਰ ਨਾਲ ਇਹ ਵੀ ਵੱਡੀ ਗੱਲ ਕਿ ਪੰਜਾਬ ਦੇ ਵਿੱਚ ਇਕੱਲੇ ਸਿੱਖ ਨਹੀਂ ਵਸਦੇ, ਸਾਨੂੰ ਹਿੰਦੂਆਂ ਦਾ, ਮੁਸਲਮਾਨਾਂ ਦਾ, ਦਲਿਤਾਂ ਦਾ, ਉਹਨਾਂ ਦਾ ਪੂਰਨ ਦਿਲ ਜਿੱਤਣਾ ਪਏਗਾ ਕਿ ਉਹ ਲੋਕ ਸਾਡੇ ਨਾਲ ਲੱਗ ਕੇ ਤੁਰਨ। ਇਸ ਪਾਸੇ ਵੱਲ ਅਸੀਂ ਤੁਰਦੇ ਨਹੀਂ, ਆਪਣੀ ਆਪਣੀ ਹਉਮੈ ਲੈ ਕੇ ਅਸੀਂ ਨਾਅਰੇ ਲਾਈ ਜਾਂਦੇ, ਤੇ ਜਿਹਦਾ ਨਤੀਜਾ ਇਹੋ ਹੈ ਜੋ ਅੱਜ ਧੂਰੀ ਦੇ ਵਿੱਚ। ਧਨੌਲਾ ਸਾਹਿਬ, ਜਦੋਂ ਜਿਮਨੀ ਚੋਣ ਸ਼ੁਰੂ ਹੋਈ ਸੀ ਤੇ ਉਸ ਵੇਲੇ ਜਿਹੜੀ ਕਾਂਗਰਸ ਦੇ ਵਿੱਚ ਕਾਟੋਕਲੇ ਸ਼ੁਰੂ ਹੋਈ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ 'ਚ, ਤੇ ਦੋਨਾਂ ਨੇ ਮਤਲਬ ਆਪੋ ਆਪਣਾ ਜਿਹੜਾ ਉੱਥੇ ਡਫਲੀ ਵੀ ਵਜਾਈ, ਪਰੰਤੂ ਉਹਦਾ ਜਿਹੜਾ ਲੋਕਾਂ 'ਚ ਪ੍ਰਭਾਵ ਇਹ ਗਿਆ ਸੀਗਾ ਕਿ ਇਹ ਲੜਾਈ ਆ ਜਿਹੜੀ ਇਹ ਦੋਸਤਾਨਾ ਮੈਚ ਬਣ ਗਿਆ। ਸੋ ਹੁਣ ਜਦੋਂ ਚੋਣ ਨਤੀਜਾ ਵੀ ਆ ਗਿਆ ਕਿ ਇੱਕ ਪਾਸੇ ਕਾਂਗਰਸ 30,000 ਵੋਟਾਂ ਲਿਜਾ ਰਹੀ ਹੈ ਤੇ ਦੂਸਰੇ ਪਾਸੇ ਅਕਾਲੀ ਦਲ 67,000 ਵੋਟਾਂ ਲੈ ਕੇ ਜਾ ਰਿਹਾ, ਸੋ ਉਹ ਜੋ ਲੋਕਾਂ ਨੇ ਉਸ ਅੰਦਾਜ਼ਾ ਲਾਇਆ ਸੀ ਕਿ ਇਹ ਤਾਂ ਸਿਰਫ ਦੋਸਤਾਨਾ ਮੈਚ ਆ, ਇਹਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ? ਉਹਦੇ 'ਚ ਜੀ ਦੇਖੋ, ਸਭ ਤੋਂ ਵੱਡੀ ਗੱਲ ਹੀਰਾ ਸਾਹਿਬ, ਜਿਹੜੀ ਮਤਲਬ ਲੋਕਾਂ ਦੇ ਅੰਦਰ ਨਾ ਇੱਕ ਹੌਸਲਾ ਸੀ ਪਾਰਲੀਮੈਂਟ ਚੋਣ ਤੋਂ ਬਾਅਦ, ਜਿਹੜੀ ਲੋਕ ਸਭਾ ਚੋਣ 'ਚ ਹਲਕਾ ਧੂਰੀ ਜਿੱਥੇ ਕਾਂਗਰਸ ਦਾ ਐਮਐਲਏ ਸੀ, ਬਿਲਕੁਲ ਉੱਥੋਂ ਆਮ ਆਦਮੀ ਪਾਰਟੀ ਜਿਹਦਾ ਪੰਜਾਬ 'ਚ ਨਾਂ ਨਹੀਂ ਸੀ, ਬਿਲਕੁਲ ਉਹਨੂੰ 61,000 ਤੋਂ ਵੀ ਜ਼ਿਆਦਾ ਵੋਟ ਮਿਲੀ, ਤੇ ਜਿਹੜੀ ਮਤਲਬ ਜਿਹੜਾ ਉੱਥੇ ਜਿੱਤਿਆ ਹੋਇਆ ਐਮਐਲਏ ਸੀ ਉਹਦੀ ਪਾਰਟੀ ਨੂੰ 17,000 ਰੁਪਏ, ਤੇ ਜਿਹੜਾ ਪੰਜਾਬ 'ਚ ਹਕੂਮਤ ਕਰਦੀ ਪਾਰਟੀ ਹੈ ਉਹਨਾਂ ਨੂੰ 20,000 ਰੁਪਏ। ਲੇਕਿਨ ਹੁਣ ਅੰਦਾਜ਼ਾ ਹੈ ਵੀ ਉਹ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਖੜੇ ਸੀ 61,000, ਉਹ ਅੱਜ ਕਿੱਥੇ ਖੜੇ ਨੇ? ਕਿੱਥੇ ਗਏ? ਬਿਲਕੁਲ ਉਹ ਵਿਕ ਗਏ। ਉਹਨਾਂ ਨੇ ਮਤਲਬ ਆਪਣੀ ਜੇ ਅੱਜ ਉਹਨਾਂ ਦੀ ਜ਼ਮੀਰ ਹੈ ਜਿਹੜੀ ਉਹ ਬਦਲ ਗਈ ਹੈ।
ਇਹ ਗੱਲਾਂ ਨੇ ਜਿਹੜੀਆਂ ਇਹ ਧਿਆਨ ਮੰਗਦੇ ਵੀ ਲੋਕ ਗਏ ਕਿੱਥੇ। ਠੀਕ ਹੈ। ਉਹ 61,000 ਬੰਦਾ ਕਿੱਥੇ ਅੱਜ ਕਾਂਗਰਸ ਨਾਲ ਉਹਨਾਂ ਦੀ ਨਹੀਂ ਬਣਦੀ। ਬਾਦਲ ਨੂੰ ਉਹ ਨਕਾਰਦੇ ਨੇ ਕਿ ਬਾਦਲ ਦੇ ਖਿਲਾਫ ਉਹ ਲੜਦੇ ਨੇ, ਬਾਦਲ ਭ੍ਰਿਸ਼ਟ ਹੈ, ਸਾਰਾ ਕੁਝ ਕਹਿੰਦੇ ਆ। 61,000 ਲੋਕ ਕਿੱਥੇ ਨੇ? ਉਹਨਾਂ ਦਾ ਪ੍ਰਭਾਵ ਕਿਤੇ ਨਜ਼ਰ ਨਹੀਂ ਆਇਆ। ਮਤਲਬ ਇਹਦੇ ਵਿੱਚ ਸਾਰਾ ਜਿਹੜਾ ਕੁੱਲ ਮਿਲਾ ਕੇ, ਹੁਣ ਜੇ ਕਾਂਗਰਸ ਦੀ ਤੁਸੀਂ ਗੱਲ ਕਰਦੇ ਹੋ, ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਮਤਲਬ ਕੈਪਟਨ ਅਮਰਿੰਦਰ ਸਿੰਘ ਵੀ ਮੁਹਿੰਮ ਤੇ ਆ ਗਏ, ਬਾਜਵਾ ਸਾਹਿਬ ਵੀ ਆ ਗਏ, ਲੇਕਿਨ ਇੱਥੇ ਕੀ ਹੈ, ਇੱਥੇ ਮੁਫਾਦ ਹੈ ਹਰ ਬੰਦੇ ਦਾ। ਕਾਂਗਰਸ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਮੁਫਾਦ ਹੈ ਕਿ ਜੇ ਇਹ ਜਿਮਨੀ ਚੋਣ ਜ਼ੋਰ ਲਾ ਕੇ ਉਹ ਇੱਥੇ ਬੈਠ ਕੇ 20 ਦਿਨ ਜ਼ੋਰ ਲਾਉਂਦੇ, ਕਿਤੇ ਜਿੱਤ ਹੋ ਜਾਂਦੀ ਤਾਂ ਇਹ ਜਿੱਤ ਦਾ ਸਿਹਰਾ ਅਮਰਿੰਦਰ ਸਿੰਘ ਦੇ ਸਿਰ ਨਹੀਂ ਸੀ, ਇਹ ਪ੍ਰਤਾਪ ਸਿੰਘ ਬਾਜਵਾ ਦੇ ਸਿਰ ਸੀ ਤੇ ਬਾਜਵਾ ਸਾਹਿਬ ਦੀ ਪ੍ਰਧਾਨਗੀ ਪੱਕੀ ਹੁੰਦੀ ਸੀ। ਸੋ ਹਰ ਬੰਦਾ ਜਿਹੜਾ, ਮੈਂ ਜਿਹੜੀ ਗੱਲ ਕਰਕੇ ਹਟਿਆ, ਪਾਰਟੀ ਕੋਈ ਵੀ ਹੋਵੇ, ਜਦੋਂ ਸਵਾਲ ਨਿੱਜਦਾ, ਜਦੋਂ ਸਵਾਲ ਆਪਣਾ ਹੈ, ਆਪਣੀ ਨੀਤੀ ਹੈ, ਆਪਣਾ ਮੁਫਾਦ ਹੈ, ਤੇ ਕਾਮਯਾਬੀ ਕਿੱਥੇ ਹੋ ਸਕਦੀ। ਸੋ ਇਸ ਕਰਕੇ ਨੀਤੀਆਂ ਬਦਲਣ ਦੀ ਲੋੜ ਹੈ। ਬੰਦਿਆਂ ਦਾ ਕੋਈ ਫਰਕ ਨਹੀਂ ਪੈਂਦਾ, ਜਦੋਂ ਨੀਤੀਆਂ ਸਹੀ ਹੋ ਜਾਣ ਲੋਕ ਫਿਰ ਥੋੜਾ ਭਰੋਸਾ ਕਰ ਲੈਂਦੇ ਆ ਵੀ ਅੱਗੇ ਤੁਰ ਪੈਂਦੇ। ਧਨੌਲਾ ਸਾਹਿਬ ਦੇਖੋ, ਤੁਸੀਂ ਵੀ ਇੱਕ ਗੱਲ ਸਮਝਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹੜੀ ਨੀਤੀ ਦੇ ਨਾਲ ਉੱਥੇ ਲੜਾਈ ਲੜੀ, ਬਾਜਵੇ ਨੇ ਕਿਸ ਨੀਤੀ ਦੇ ਨਾਲ ਲੜਾਈ ਲੜੀ। ਫਿਰ ਇਹ ਜਿਹੜੇ ਆਗੂ ਨੇ, ਘੱਟੋ ਘੱਟ ਇਹਨਾਂ ਨੂੰ ਇਸ ਗੱਲ ਦਾ ਕਿਉਂ ਨਹੀਂ ਅਹਿਸਾਸ ਹੁੰਦਾ ਕਿ ਜਿਹੜੀ ਉਹਨਾਂ ਦੀ ਹਾਈ ਕਮਾਂਡ ਆ ਉਹ ਵੀ ਇਸ ਗੱਲ ਨੂੰ ਜਾਣਦੀ ਆ, ਆਮ ਲੋਕ ਨੇ ਜਿਹੜੇ ਉਹ ਵੀ ਉਸ ਗੱਲ ਨੂੰ ਜਾਣਦੇ ਨੇ, ਫਿਰ ਵੀ ਉਸ ਦੇ ਬਾਵਜੂਦ ਮਤਲਬ ਇਹ ਜਿਹੜੀ ਆਪਣੀ ਖੇਡ ਆ, ਜਿਹੜੀ ਕਿ ਨੰਗੀ ਨਹੀਂ ਰਹਿੰਦੀ, ਮਤਲਬ ਗੁੱਝੀ ਨਹੀਂ ਰਹਿੰਦੀ, ਨੰਗੀ ਹੋ ਜਾਂਦੀ ਹੈ ਲੋਕਾਂ ਸਾਹਮਣੇ, ਫਿਰ ਵੀ ਉਹ ਆਪਦੀ ਉਹ ਖੇਡ ਆ, ਉਹ ਖੇਡਦੇ ਨੇ। ਦੇਖੋ ਜੀ, ਇਹਦੇ ਵਿੱਚ ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਅਸਲ 'ਚ ਜਿਹੜਾ ਪੰਜਾਬ ਹੈ ਨਾ, ਛੋਟਾ ਜਿਹਾ ਸੂਬਾ ਹੈ, ਲੇਕਿਨ ਸਭ ਤੋਂ ਗੰਦੀ ਸਿਆਸਤ ਇੱਥੇ ਹੋ ਗਈ। ਪੰਜਾਬ ਦੇ ਹਿੱਤ ਤਾਂ ਕਿਤੇ ਹੈ ਹੀ ਨਹੀਂ। ਹੁਣ ਇਹ ਹਿੱਤ ਜੇ ਤਾਂ ਪੰਜਾਬ ਦੇ ਹਿੱਤ ਹੋਣ, ਲੋਕਾਂ ਦੇ ਹਿੱਤ ਹੋਣ, ਲੋਕਾਂ ਦੀ ਜਵਾਬਦੇਹੀ ਹੋਵੇ, ਹੁਣ ਤਾਂ ਆਪਣੇ ਆਪਣੇ ਹਿੱਤ ਹੈ। ਜੇ ਅਮਰਿੰਦਰ ਸਿੰਘ ਆ ਚੀਫ ਮਿਨਿਸਟਰ ਨਹੀਂ, ਜਾਂ ਕੱਲ੍ਹ ਨੂੰ ਪ੍ਰਕਾਸ਼ ਸਿੰਘ ਬਾਦਲ ਨਹੀਂ ਹੋਊਗਾ, ਇਹਨਾਂ ਦੇ ਸਿਰ ਤੇ ਤਾਂ ਕੋਈ ਫਰਕ ਨਹੀਂ ਪੈਂਦਾ। ਇਹਨਾਂ ਦੇ ਗੱਡੀਆਂ ਦੇ ਹੂਟਰ ਵੀ ਉਦਾਂ ਹੀ ਵੱਜਣੇ ਆ, ਇਹਨਾਂ ਨੂੰ ਅਫਸਰਾਂ ਨੇ ਸਲੂਟ ਵੀ ਉਦਾਂ ਹੀ ਕਰਨਾ। ਜੇ ਇਹਦੇ 'ਚ ਮਰਦਾ ਹੈ ਤਾਂ ਇੱਕ ਸਧਾਰਨ ਆਦਮੀ ਮਰਦਾ, ਉਹਨਾਂ ਦਾ ਬੁਰਾ ਹਾਲ ਹੁੰਦਾ। ਉਹ ਆਸਰਾ ਤੱਕਦੇ ਆ ਕਿਤੇ ਨਾ ਕਿਤੇ ਉਹਨਾਂ ਨੂੰ, ਕਿਉਂਕਿ ਇੱਥੋਂ ਦੀ ਪ੍ਰਸ਼ਾਸਨ ਦੀ ਜਿਹੜੀ ਲਾਲ ਫੀਤਾਸ਼ਾਹੀ ਦਾ ਇੱਥੇ ਜਿਹੜਾ ਜਕੜ ਜਾਂਦਾ, ਉਹਨੇ ਲੋਕਾਂ ਨੂੰ ਇੰਨਾ ਕੁ ਸਕੰਜਾ ਕੱਸ ਛੱਡਿਆ ਵੀ ਕੋਈ ਆਸਰਾ ਲਿਆ ਬਿਨਾਂ ਤੁਸੀਂ ਲਾਇਸੈਂਸ ਰਿਨਿਊ ਕਰਾਉਣਾ ਤਾਂ ਵੀ ਤੁਹਾਨੂੰ ਕਿਸੇ ਐਮਐਲਏ ਤੋਂ, ਕਿਸੇ ਸਾਬਕਾ ਐਮਪੀ ਤੋਂ, ਸਾਬਕਾ ਐਮਐਲਏ ਤੋਂ ਤੁਹਾਨੂੰ ਫੋਨ ਕਰਾਉਣਾ ਪਊ। ਥਾਣੇਦਾਰ ਤੁਹਾਡੀ ਗੱਲ ਨਹੀਂ ਸੁਣਦਾ। ਲੋਕਾਂ ਦੀ ਮਜਬੂਰੀ ਹੈ, ਉਹ ਕਿਸੇ ਨਾ ਕਿਸੇ ਆਗੂ ਮਗਰ ਜਾਂਦੇ ਆ, ਤੇ ਆਗੂ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਆ, ਆਪਣੇ ਨਿੱਜ ਵਾਸਤੇ ਵਰਤਦੇ, ਆਗੂ ਕੋਈ ਵੀ ਹੋਵੇ। ਸੋ ਇਸ ਗੱਲ ਤੋਂ ਲਾਂਭੇ ਹੋ ਕੇ ਜਿਹੜੇ ਲੋਕ ਤੁਰਨਗੇ ਨਾ, ਲੋਕਾਂ ਦੀ ਗੱਲ ਲੈ ਕੇ, ਪੰਜਾਬ ਦੀ, ਪੰਥ ਦੀ ਮੁੱਦਿਆਂ ਨੂੰ ਲੈ ਕੇ ਤੁਰਨਗੇ, ਜਦੋਂ ਲੋਕਾਂ ਨੂੰ ਸਮਝ ਆਊਗੀ ਕਿ ਆਹ ਮੁੱਦੇ ਸਾਡੇ ਹੱਕ ਦੇ ਨੇ, ਇਹਦੇ ਨਾਲ ਸਾਡਾ ਮਤਲਬ ਸਮੁੱਚੇ ਤੌਰ ਤੇ ਸਾਡੀ ਭਲਾਈ ਹੈ, ਤੇ ਫਿਰ ਲੋਕੀ ਉਹਦੇ ਨਾਲ ਤੁਰਨਗੇ। ਧਨੌਲਾ ਸਾਹਿਬ, ਇੱਕ ਬੜਾ ਕੌੜਾ ਸੱਚ ਆ ਜਿਹੜਾ ਉਹ ਇਸ ਚੋਣ ਦੇ ਨਤੀਜੇ ਤੋਂ ਬਾਅਦ ਕੁਝ ਲੋਕਾਂ ਨੇ ਮਤਲਬ ਉਹ ਟਿੱਪਣੀ ਕੀਤੀ ਆ ਕਿ ਜਿਹੜਾ ਪੰਜਾਬ ਦਾ ਲੋਕ ਨੇ, ਪੰਜਾਬ ਦੇ ਵੋਟਰ ਨੇ, ਉਹ ਕਿਤੇ ਨਾ ਕਿਤੇ ਸਵਾਰਥੀ ਵੀ ਹੋ ਗਏ ਨੇ, ਪਦਾਰਥੀ ਵੀ ਹੋ ਗਏ ਨੇ, ਤੇ ਡਰੂ ਵੀ ਹੋ ਗਏ ਨੇ। ਕਿਉਂਕਿ ਜਦੋਂ ਜਿਹੜੀ ਬਾਦਲ ਸਰਕਾਰ ਆ, ਜਦੋਂ ਆਪਣੀ ਸਰਕਾਰ ਦੇ ਸਾਧਨ ਵਰਤਦੀ ਆ, ਜਿਵੇਂ ਸਾਡੇ ਸਾਹਮਣੇ ਆਇਆ ਕਿ 5-5 ਪਿੰਡ ਸੀ, ਉੱਥੇ ਇੱਕ ਮੰਤਰੀ ਬੈਠਾ ਸੀ, ਜੋ ਕਿਸੇ ਨੇ ਮੰਗਿਆ ਉਹਨੂੰ ਦਿੱਤਾ ਗਿਆ, ਤੇ ਆਖਰੀ ਦਿਨ ਜਿਸ ਦਿਨ ਵੋਟਾਂ ਵੀ ਪਈਆਂ ਨੇ, ਉਸ ਦਿਨ ਹਰ ਬੂਥ ਤੇ ਘੱਟੋ ਘੱਟ 200 ਬਾਹਰੀ ਬੰਦਾ ਬੈਠਾ ਸੀ, ਤੇ ਉਹਨਾਂ ਨੇ ਪੂਰੇ ਮਤਲਬ ਜਿੰਨਾ ਵੀ ਤਾਕਤ ਉਹਨਾਂ ਦੀ ਸੀ ਉਹਦੀ ਵਰਤੋਂ ਕਰਕੇ ਜਿਹੜੀ ਉਹ ਵੋਟ ਆ ਜਿਹੜੀ ਉਹ ਭੁਗਤਾਈ। ਭਾਵੇਂ ਕਿ ਚਲੋ ਧੱਕੇਸ਼ਾਹੀ ਦੇ ਨਾਲ ਜਿਹੜਾ ਨਤੀਜਾ ਆਉਣਾ ਸੀ ਤੇ ਇਹ ਤਾਂ ਆਉਣਾ ਸੀ, ਚਲੋ ਮਾਰਜਨ ਆ ਜਿਹੜਾ ਇਹ ਉਸ ਧੱਕੇਸ਼ਾਹੀ ਦੇ ਨਾਲ ਵਧਿਆ। ਪਰੰਤੂ ਜਦੋਂ ਇਹ ਗੱਲ ਹੁਣ ਸਾਡੇ ਆਮ ਵੋਟਰ ਦੇ ਵਿੱਚ ਇਹ ਆ ਗਈ ਆ ਕਿ ਉਹ ਸਵਾਰਥੀ ਵੀ ਹੋ ਗਿਆ, ਪਦਾਰਥੀ ਵੀ ਹੋ ਗਿਆ, ਡਰੂ ਵੀ ਹੋ ਗਿਆ, ਤੇ ਅਸੀਂ ਕੀ ਸੋਚਦੇ ਹਾਂ ਕਿ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੇ 2017 'ਚ, ਕੀ ਉਹ ਪੰਜਾਬ ਦੇ ਭਵਿੱਖ ਨੂੰ ਬਦਲਣ ਵਾਲਾ ਕੋਈ ਨਵਾਂ ਫੈਸਲਾ ਲੈਣ ਦੇ ਸਮਰੱਥ ਹੋਣਗੀਆਂ? ਇਹਦੇ ਵਿੱਚ ਇਹ ਹਿਰਾ ਸਾਹਿਬ, ਜਿੱਥੇ ਤਾਂ ਆਪਾਂ ਇੱਕ ਚੋਣ ਦੀ ਗੱਲ ਕਰਦੇ ਹਾਂ, ਇੱਕ ਚੋਣ ਤੇ ਤਾਂ ਸਾਰੇ ਆ ਸਕਦੇ ਆ, ਲੇਕਿਨ ਜਦੋਂ ਪੂਰੇ ਪੰਜਾਬ ਦੇ ਵਿੱਚ 117 ਹਲਕਿਆਂ ਦੀ ਚੋਣ ਹੋਊਗੀ, ਉਦੋਂ ਜਿਵੇਂ ਸਿਆਣੇ ਕਹਿੰਦੇ ਵੀ ਭੱਜਦਿਆਂ ਨੂੰ ਵਾਹਣ ਇੱਕੋ ਜਿਹਾ, ਜਾਂ ਰੋਟੀ ਵੇਲਾ ਸਾਰਿਆਂ ਲਈ ਬਰਾਬਰ ਹੈ, ਫਿਰ ਇਹ ਗੱਲ ਹੋਊਗੀ। ਫਿਰ ਇਹ ਇਕੱਲੇ ਇਕੱਲੇ ਬੰਦੇ ਨਹੀਂ ਜਾ ਸਕਦੇ। ਉਹਨਾਂ ਦਿਨਾਂ ਦੇ ਵਿੱਚ ਬਦਲਾਅ ਦਾ ਚਾਂਸ ਹੁੰਦਾ। ਜਿਮਨੀ ਚੋਣ ਕੋਈ ਬਦਲਾਅ ਨਹੀਂ, ਔਰ ਮੈਂ ਸਮਝਦਾ ਵੀ ਇਹਦੇ ਵਿੱਚ ਤਾਂ ਦੂਜੀਆਂ ਪਾਰਟੀਆਂ ਨੂੰ ਖੜੇ ਹੋਣੇ ਗਲਤੀ ਹੈ, ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ, ਕਿ ਜਦੋਂ ਜਿੱਤਣਾ ਹੀ ਉਹਨਾਂ ਨੇ ਕਰੋੜਾਂ ਰੁਪਇਆ ਦੇ ਕੇ ਉਹਨਾਂ ਨੇ ਲੋਕਾਂ ਦਾ, ਅੱਛਾ ਹਲਕੇ ਦੇ ਲੋਕਾਂ ਦੇ ਦੇਖੋ ਲੋਕ ਕਿੱਥੇ ਖੜੇ ਆ, ਲੋਕਾਂ ਦੀ ਜਿਹੜੀ ਮਾਨਸਿਕਤਾ ਹੈ, ਮੈਂ ਹੈਰਾਨ ਹੋਇਆ। ਮੈਂ ਨਾਂ ਤਾਂ ਨਹੀਂ ਲੈਂਦਾ ਇੱਕ ਹਲਕੇ ਦਾ, ਉਹ ਹਲਕੇ ਦੇ ਮੈਨੂੰ ਬੰਦੇ ਮਿਲੇ ਜਿਹੜੇ ਧੂਰੀ ਚੋਣ ਪ੍ਰਚਾਰ ਤੋਂ ਵਾਪਸ ਜਾ ਰਹੇ ਸੀ। ਠੀਕ ਹੈ। ਤੇ ਮੈਂ ਕਿਹਾ ਵੀ ਕੀ ਹਾਲ ਹੈ? ਕਹਿੰਦੇ ਜੀ ਹਾਲਕਾ ਦਾ ਨਜ਼ਾਰੇ ਵੱਜੇ ਪਏ। ਮੈਂ ਕਿਹਾ ਕਿਵੇਂ? ਕਹਿੰਦੇ ਜਿਹੜੇ ਪਿੰਡ 'ਚ ਮਤਲਬ ਲੋਕ ਇੱਕ ਟਰਾਂਸਫਾਰਮਰ ਨੂੰ ਤਰਸਦੇ ਸੀ 4-4 ਰੁਪਏ ਦੇ, ਕੇਬਲ ਨਹੀਂ ਸੀ 10 ਮੀਟਰ ਮਿਲਦੀ,
ਉੱਥੇ ਧੱਕੇ ਨਾਲ ਕੇਬਲਾਂ ਘਰੇ ਸਿੱਟੀ ਜਾਂਦੇ ਆ। ਠੀਕ। ਕਿਸੇ ਚੀਜ਼ ਦੀ ਕਮੀ ਠੀਕ ਨਹੀਂ। ਹੈ। ਤੇ ਮੈਂ ਕਿਹਾ ਫੇਰ ਕੀ ਵਿਚਾਰ ਹੈ? ਕਹਿੰਦੇ ਜੀ ਸੱਚੀ ਗੱਲ ਦਸੀਏ, ਅਸੀਂ ਚਾਹੁੰਦੇ ਹਾਂ ਵੀ ਜੇ ਸਾਡਾ ਵੀ ਐਮਐਲਏ ਮਰ ਜੇ ਜਾਂ ਅਸਤੀਫਾ ਦੇ ਜੇ, ਸਾਡੇ ਹਲਕੇ ਚੋਣ ਹੋ ਜੇ, ਸਾਡੀ ਕਾਇਆ ਕਲਪ ਹੋਵੇ। ਮੈਂ ਲੋਕਾਂ ਦੀ ਭਾਵਨਾ ਕਿੱਥੇ ਚੱਲੀ? ਕਿਉਂਕਿ ਜਦੋਂ ਲੋਕੀ ਸਮਝਦੇ ਵੀ ਕੁਝ ਹੋਣਾ ਹੀ ਨਹੀਂ, ਸਾਡਾ ਵਿਕਾਸ ਹੀ ਇਸ ਤਰ੍ਹਾਂ ਹੋਣਾ ਨਹੀਂ, ਅੱਗੇ ਤਾਂ ਇੱਥੇ ਨਸ਼ੇ ਵਿਕਣੇ ਆ, ਚਿੱਟਾ ਵਿਕਣਾ ਹੈ, ਰੇਤਾ ਬਜਰੀ ਦੀ ਬਲੈਕ ਹੋਣੀ ਹੈ, ਵੀ ਅੱਗੇ ਪਿੱਛੇ ਤੋਂ ਉਹ ਹੈ ਵੀ ਕੇਵਲ ਚੋਣ 'ਚ ਹੀ ਸਾਨੂੰ ਕੁਝ ਮਿਲ ਸਕਦਾ, ਫਿਰ ਲੋਕੀ ਵੀ ਉਹੋ ਜਿਹੇ ਹੋ ਜਾਂਦੇ। ਇਹ ਜਿਹੜੀਆਂ ਗੱਲਾਂ ਇਹਦੇ ਕਰਕੇ ਜਨਰਲ ਚੋਣ ਦੇ ਵਿੱਚ ਲੋਕੀ ਸਮਝਦੇ ਆ ਕਿ ਹੁਣ ਬਦਲਾਅ ਦਾ ਮੌਕਾ ਹੈ। ਤੇ ਆਪਾਂ ਨੂੰ ਨਜ਼ਾਰਾ ਆਪਾਂ ਦੇਖਿਆ, ਸਾਰੇ ਜ਼ੋਰ ਦੇ ਬਾਵਜੂਦ ਬਾਦਲ ਸਰਕਾਰ ਦੇ ਪੰਜਾਬ ਦੇ ਵਿੱਚ ਉਹਨਾਂ ਤੋਂ ਬਠਿੰਡਾ ਮਸਾ ਜਿੱਤਿਆ ਗਿਆ। ਸਾਰੇ 45 ਮਹਿਕਮੇ ਪੰਜਾਬ ਦੇ ਘਰੇ ਨੇ ਤੇ ਬਠਿੰਡੇ 'ਚ ਉਹਨਾਂ ਦੀ ਨੱਕ ਨੂੰ ਜੀਭ ਲੱਗ ਗਈ ਹੈ। ਤੇ ਦੂਜੇ ਦੇਖੋ ਕਿੱਡੇ ਕਿੱਡੇ ਹਲਕੇ ਜਿਹੜੇ ਉਹ ਹਾਰ ਗਏ ਤੇ ਉਹ ਕਿੱਡੀ ਕਿੱਡੀ ਲੀਡ ਤੇ ਮਤਲਬ ਆਮ ਆਦਮੀ ਪਾਰਟੀ ਦੇ ਬੰਦੇ ਜਿਹੜੇ ਉਹ ਚੋਣਾਂ ਜਿੱਤ ਗਏ। ਸੋ ਇਸ ਵਾਸਤੇ ਬਦਲਾਅ ਉਦੋਂ ਹੁੰਦਾ ਜਦੋਂ ਆਮ ਚੋਣ ਹੋਵੇ, ਤੇ ਇੱਕ ਅੱਧੀ ਚੋਣ ਦੇ ਵਿੱਚ ਬਦਲਾਅ ਨਹੀਂ ਆਪਾਂ ਕਹਿ ਸਕਦੇ। ਇਹਦੇ 'ਚ ਤਾਂ ਜੇ ਦੂਰੀ ਬਣਾ ਕੇ ਰੱਖੀ ਜਾਵੇ, ਲੋਕਾਂ ਨੂੰ ਇਸ ਗੱਲ ਤੋਂ ਬਚਾਇਆ ਜਾਵੇ ਵੀ ਉੱਥੇ ਕੋਈ ਮਤਲਬ ਹੋਰ ਤਰ੍ਹਾਂ ਦੇ ਜਿਹੜੇ ਆ ਨਸ਼ੇ ਵੰਡਦੇ, ਪੈਸੇ ਵੰਡਦੇ, ਇਹ ਗੱਲਾਂ ਨਾਲ ਇਹਦੇ ਨਾਲ ਗੰਦੀਆਂ ਆਦਤਾਂ ਤੋਂ ਲੋਕਾਂ ਨੂੰ ਬਚਾ ਸਕਦੇ ਆ। ਸਾਨੂੰ ਵੀ ਟਾਲਾ ਵੱਟ ਲੈਣਾ ਚਾਹੀਦਾ। ਠੀਕ ਹੈ। ਸੋ ਕੁੱਲ ਮਿਲਾ ਕੇ ਅਸੀਂ ਕੀ ਕਹਿ ਸਕਦੇ ਹਾਂ, ਇਹ ਜਿਹੜਾ ਜ਼ਿਮਨੀ ਚੋਣ ਦਾ ਨਤੀਜਾ ਆਇਆ ਕਿ ਇਹ ਭਵਿੱਖ ਦੀ ਪੰਜਾਬ ਦੀ ਸਿਆਸਤ, ਭਵਿੱਖ ਦੀ ਜਿਹੜੀ ਸਿੱਖ ਸਿਆਸਤ ਆ, ਉਹਦੇ 'ਤੇ ਕਿੰਨਾ ਕੁ ਪ੍ਰਭਾਵ ਪਾਊਗਾ? ਉਹਦੇ ਤੇ ਹੀਰਾ ਸਾਹਿਬ ਮੈਂ ਸਮਝਦਾ ਵੀ ਇਹਦਾ ਪ੍ਰਭਾਵ ਤਾਂ ਨਹੀਂ ਕੋਈ ਹੈਗਾ। ਠੀਕ ਹੈ। ਕਿਉਂਕਿ ਇਹ ਬਹੁਤੇ ਲੋਕੀ ਜਾਣਦੇ ਸੀ ਕਿ ਨਤੀਜਾ ਕੀ ਹੋਊਗਾ, ਕੀ ਹੋਣਾ, ਕਿਵੇਂ ਪੈਸੇ ਵੰਡੇ ਜਾਣੇ, ਸਾਰਾ ਕੁਝ ਪਤਾ ਸੀ। ਠੀਕ ਹੈ। ਪਰ ਇਹਦੇ ਤੋਂ ਸਾਨੂੰ ਇੱਕ ਸੁਨੇਹਾ ਜ਼ਰੂਰ ਹੈ ਵੀ ਜੇ ਅਸੀਂ ਨਾ ਸੰਭਲੇ, ਅਸੀਂ ਨਾ ਕੁਝ ਕੀਤਾ, ਪੰਜਾਬ ਦਾ ਕੁਝ ਬਣਨਾ ਨਹੀਂ। ਜੇ ਇਸ ਪਾਰਟੀ ਕੋਲ ਹੀ ਰਾਜ ਰਿਹਾ, ਇਸ ਪਰਿਵਾਰ ਕੋਲ ਰਾਜ ਰਿਹਾ, ਵੀ ਸਾਨੂੰ ਇਸ ਚੋਣ ਨਤੀਜੇ ਤੋਂ ਮਤਲਬ ਇੱਕ ਜ਼ਖਮੀ ਹੋਣ ਵਾਂਗੂ ਸਾਨੂੰ ਉਦਮ ਕਰਨਾ ਚਾਹੀਦਾ ਕਿ 2017 ਨੂੰ ਅਸੀਂ ਟਾਰਗੇਟ ਕਿਵੇਂ ਕਰਨਾ, ਤੇ 2017 'ਚ ਇਹ ਰਾਜ ਬਦਲਣਾ ਹੀ ਬਦਲਣਾ। ਠੀਕ ਹੈ। ਇਸ ਗੱਲ ਤੇ ਅਸੀਂ ਜੇ ਮਤਲਬ ਇਸ ਗੱਲ ਤੇ ਪਹਿਰਾ ਦਈਏ ਤੇ ਫਿਰ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਵੀ ਅਸੀਂ ਲੋਕਾਂ ਨੂੰ ਪੰਜਾਬ ਹਿਤੈਸ਼ੀ, ਪੰਥ ਹਿਤੈਸ਼ੀ ਤੇ ਇੱਥੇ ਵੱਸਦੇ ਜਿਹੜੇ ਲੋਕ ਨੇ ਉਹਨਾਂ ਦੇ ਸੱਚੇ ਸੇਵਕ ਬਣ ਕੇ ਵਿਖਾਈਏ, ਫਿਰ ਲੋਕ ਸਾਡੇ ਨਾਲ ਤੁਰ ਸਕਦੇ। ਸੋ ਸਤਿਕਾਰਯੋਗ ਦਰਸ਼ਕੋ, ਧੂਰੀ ਦੀ ਜਿਹੜੀ ਜ਼ਿਮਨੀ ਚੋਣ ਦਾ ਜਿਹੜਾ ਚੋਣ ਨਤੀਜਾ ਆਇਆ, ਉਹਦੇ ਕਾਰਨ ਕੀ ਨੇ, ਉਹਦੇ ਪਿਛੋਕੜ ਕੀ ਆ, ਤੇ ਉਹ ਭਵਿੱਖ ਵਿੱਚ ਕੀ ਪ੍ਰਭਾਵ ਪਾਊਗਾ, ਅਸੀਂ ਆਪਣੀ ਸਮਝ ਅਨੁਸਾਰ ਜਿਹੜਾ ਉਹਦਾ ਲੇਖਾ ਜੋਖਾ ਤੁਹਾਡੇ ਸਾਹਮਣੇ ਕੀਤਾ। ਸੋ ਜਥੇਦਾਰ ਗੁਰਿੰਦਰਪਾਲ ਸਿੰਘ ਜੀ ਧਨੌਲਾ ਨੇ ਜੋ ਵੀ ਪੰਜਾਬ ਦੀ ਸਿਆਸਤ ਤੇ ਇਸ ਚੋਣ ਨਤੀਜੇ ਦਾ ਪ੍ਰਭਾਵ ਪਊਗਾ, ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ। ਧਨੌਲਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।